ਮਾਝੋ ਮਹੱਲਾ ਤੀਜਾ। ਸਤਿਗੁਰ ਸੇਵਿਐ ਵੱਡੀ ਵਡਿਆਈ, ਖਾਰਜੀ ਅਚਿੰਤ ਵਸੈ ਮਨ ਆਈ। ਖਾਰਜੀਓ ਸਫਲਿਓ ਬਿਰਖ ਹੈ, ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਓ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਸਤਿਗੁਰ ਸੇਵਿਐ ਵੱਡੀ ਵਡਿਆਈ, ਖਾਰਜੀ ਅਚਿੰਤ ਵਸੈ ਮਨ ਆਈ। ਸਤਿਗੁਰੂ ਨੂੰ ਸੇਵਨ ਕਰਿਆ, ਗੁਰੂ ਨੂੰ ਜਪਿਆ, ਗੁਰੂ ਦੀ ਸ਼ਰਨ ਲਿਆ, ਗੁਰੂ ਦੀ ਟਹਿਲ ਕਰਿਆ, ਵੱਡੀ ਵਡਿਆਈ ਮਿਲਦੀ। ਕਿਉਂਕਿ ਗੁਰੂ ਨਾਨਕ ਦੇ ਘਰਿਓਂ ਵਡਿਆਈਆਂ ਦੀ ਬਖਸ਼ਿਸ਼ ਹੁੰਦੀ। ਗੁਰੂ ਵਡਿਆਈਆਂ ਬਖਸ਼ਦਾ ਹੈ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੇ। ਪਰਿਪੂਰਨ ਪਰਮਾਤਮਾ ਅਕਸ਼ ਮਾਤਰ, ਖਾਰਜੀ ਹਰੀ ਨਿਰੰਕਾਰ ਪਰਮੇਸ਼ਰ। ਅਚਿੰਤ ਵਸੈ ਮਨ ਆਈ, ਅਚਿੰਤ ਭਾਵ ਸੁਤੇ ਹੀ, ਜੋ ਯਾਦ ਚੇਤੇ ਵੀ ਨਹੀਂ, ਸੁਤੇ ਹੀ ਮਨ ਵਿੱਚ ਵਸਦਾ ਹੈ ਵਾਹਿਗੁਰੂ ਆ ਕੇ। ਕਿਉਂਕਿ ਜਿਨ੍ਹਾਂ ਨੇ ਜਪਿਆ ਗੁਰੂ ਨੂੰ, ਜਿਨ੍ਹਾਂ ਨੇ ਟਹਿਲ ਕੀਤੀ ਗੁਰੂ ਦੀ, ਸ਼ਰਨ ਲਈ ਸਮਰੱਥ ਗੁਰੂ ਦੀ, ਫਿਰ ਵੱਡੀਆਂ ਬਖਸ਼ੀਸ਼ਾਂ ਉਹਨਾਂ ਜਨਾਂ ਨੂੰ ਮਿਲਦੀਆਂ ਨੇ। ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਖਾਦ ਜੀਓ ਸਫਲਿਓ ਬਿਰਖ ਹੈ, ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣੇ। ਮੇਰਾ ਖਰੀ ਪਰਮਾਤਮਾ ਵਾਹਿਗੁਰੂ ਸਫਲ ਬਿਰਖ ਹੈ। ਕੈਸਾ ਬਿਰਖ ਹੈ, ਤਿਸ ਦਾ ਫਲ ਕੀ ਹੈ? ਬਿਰਛ ਦਾ ਫਲ ਗਿਆਨ ਅੰਮ੍ਰਿਤ ਰੂਪ ਨੇ। ਜਿਸ ਨੇ ਗੁਰੂ ਦੁਆਰਾ ਗਿਆਨ ਅੰਮ੍ਰਿਤ ਪੀਤਾ ਹੈ, ਗੁਰੂ ਦੀ ਸ਼ਰਨ ਲਿਆ, ਜਿਨ੍ਹਾਂ ਨੇ ਗਿਆਨ ਅੰਮ੍ਰਿਤ ਪੀਤਾ, ਤਿਨਾਂ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਭਾਈ ਨਿਵਰਤ ਹੋ ਗਈਆਂ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਮਿਲ ਕੇ ਪੀਵੋ। ਇਹ ਸਤਿਗੁਰਾਂ ਦੇ ਪਾਵਨ ਬਚਨ ਨੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਛਾਏ। ਦੁਬਦਾ ਨੂੰ ਦੂਰ ਕਰਕੇ ਪਰਮੇਸ਼ਰ ਦੇ ਧਾਰਨੀ ਬਣ ਕੇ ਬੈਠੋ। ਕਿ ਇੱਕ ਖਾਂ ਸ਼ਰਣੀ ਇੱਕ ਦੀ ਹੈ। ਸਭਨਾਂ ਨੇ ਇੱਕ ਮਾਰਗ ਤੇ ਹੀ ਜਾਣਾ ਹੈ। ਲਕਸ਼ ਸਭਨਾਂ ਦਾ ਇੱਕ ਹੈ, ਦੋ ਨਹੀਂ। ਕਿਉਂਕਿ ਭਵ ਸਾਗਰ ਤੋਂ ਸਭਨਾਂ ਨੇ ਤਰਨਾ ਹੈ। ਕੋਈ ਕਿਸੇ ਮਤ ਦਾ, ਕੋਈ ਕਿਸੇ ਮਤ ਦਾ। ਮੈਂ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਜੋ ਵਕੀਲ ਜੱਜ ਆਏ ਸੀ, ਕੋਈ ਕਿਸੇ ਮਤ ਦੇ, ਕੋਈ ਕਿਸੇ ਮਤ ਦੇ। ਸਭਨਾਂ ਨੇ ਵਿਚਾਰ ਕੀਤੀ, ਇੱਕ ਹੀ ਬਚਨ ਪੁੱਛੀਏ, ਰੱਬ ਦੇ ਜਨ ਨੇ ਮਿਲੇ ਹੋਏ ਗੁਰੂ ਨਾਨਕ ਦਾ ਰੂਪ। ਭਵ ਸਾਗਰ ਤੋਂ ਤਰਨਾ। ਬਾਬਾ ਜੀ ਨੇ ਬਖਸ਼ੀਸ਼ਾਂ ਕੀ ਕੀਤੀਆਂ ਭਾਈ। ਸਤਿਗੁਰਾਂ ਦੇ ਚਰਨਾਂ ਵਿੱਚ ਵੀ ਸੰਗਤ ਆਈ ਸੀ, ਕਈਆਂ ਮਤਾਂ ਦੇ ਆਏ ਸਨ। ਅਸੀਂ ਉਹੀ ਬਚਨ ਤੁਹਾਨੂੰ ਵੀ ਦੱਸਦੇ।
ਰੇ ਜਨ ਓਟ ਲੇਹੋ ਹਰ ਨਾਮਾ। ਭਾਈ ਇੱਕ ਨਾਮ ਦੀ ਓਟ ਲਓ, ਕਿਉਂਕਿ ਉਪਦੇਸ਼ ਚੌਹਾਂ ਵਰਨਾਂ ਨੂੰ ਸਾਂਝਾ ਹੈ। ਕੋਈ ਵੀ ਜਪ ਲਵੇ ਉਹ ਤਰੇਗਾ, ਭਾਵੇਂ ਕੋਈ ਨੀਚ ਹੈ ਭਾਵੇਂ ਕੋਈ ਊਚ ਹੈ, ਕਿਉਂਕਿ ਉਹ ਮਾਲਕ ਸਮਰੱਥ ਹੈ। ਪਾਤਸ਼ਾਹ ਫਰਮਾਉਂਦੇ ਨੇ, ਹਰ ਜੀਓ ਸਫਲਿਓ ਬਿਰਖ ਹੈ, ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਖਾਵਣਿਆ। ਹੋ ਵਾਰੀ ਜੀਓ ਵਾਰੀ, ਸਚ ਸੰਗਤ ਮੇਲ ਮਿਲਾਵਣਿਆ। ਹਰ ਸਤ ਸੰਗਤ ਆਪੇ ਮਿਲੈ, ਗੁਰ ਸਬਦੀ ਹਰ ਗੁਣ ਗਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ, ਭਾਈ ਅਸੀਂ ਤਿੰਨਾਂ ਦੇ ਮਨ ਤੇ ਤਨ ਕਰਕੇ ਵਾਰ ਨਹੀਂ ਜਾਂਦੇ। ਜੋ ਸੱਚ ਰੂਪ ਸੰਗਤ ਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾ ਲੈਂਦੇ, ਸੰਗਤ ਵਿੱਚ ਆ ਕੇ ਵੀ ਭੈ ਤੇ ਡਰ ਵਿੱਚ ਰਹਿੰਦੇ ਨੇ। ਤਾਂ ਤੂੰ ਖਰੀ ਆਪੇ ਸਤ ਸੰਗਤ ਦੇ ਮੇਲ ਵਿੱਚ ਮਿਲਾਉਂਦਾ, ਜਿਨ੍ਹਾਂ ਨੂੰ ਮਿਲਾਉਂਦਾ ਉਹ ਗੁਰੂ ਉਪਦੇਸ਼ ਵਾਲੇ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ, ਤਰ ਜਾਂਦੇ ਨੇ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰਿ ਕਾ ਨਾਮ ਮਨ ਵਸਾਇਆ। ਜੋ ਸਤ ਗੁਰੂ ਨੂੰ ਸੇਵਨ ਵਾਲੇ ਨੇ, ਆਰਾਧਦੇ ਨੇ ਗੁਰੂ ਨੂੰ, ਸਮਰੱਥ ਗੁਰੂ ਦੀ ਸ਼ਰਨ ਲੈ ਲਈ, ਉਹ ਸ਼ਬਦ ਕਰਕੇ ਸੁਹਾਈਮਾਨ ਹੋ ਰਹੇ ਨੇ। ਕਿਵੇਂ ਸੋਭਦੇ ਨੇ? ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੇ ਹਰੀ ਦਾ ਨਾਮ ਮਨ ਵਿੱਚ ਵਸਾਇਆ ਹੈ, ਉਹ ਸੋਭਾ ਤੇ ਵਡਿਆਈ ਦਾ ਪਾਤਰ ਬਣ ਜਾਂਦਾ ਹੈ। ਹਰਿ ਨਿਰਮਲ ਹੋ ਮੈਂ ਮੈਲ ਗਵਾਏ, ਦਰ ਸਚੈ ਸੋਭਾ ਪਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਹਰਿ ਨਿਰਮਲ ਹੋ ਮੈਂ ਮੈਲ ਗਵਾਏ, ਦਰ ਸਚੈ ਸੋਭਾ ਪਾਵਣਿਆ। ਮੇਰਾ ਵਾਹਿਗੁਰੂ ਨਿਰਮਲ ਮਲ ਵਖੇਵਾ ਵਰਨ ਤੋਂ ਰਹਿਤ, ਜਿਨ੍ਹਾਂ ਦੇ ਹਿਰਦੇ ਵਿੱਚ ਖੰਤਾ ਮਮਤਾ ਮੈਲ ਦੂਰ ਕਰ ਦਿੰਦਾ। ਉਹ ਸੱਚੇ ਵਾਹਿਗੁਰੂ ਦੇ ਦੁਆਰੇ ਭਾਈਓ ਸੋਭਾ ਪਾਉਂਦੇ। ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਆਪ ਟਹਿਲ ਕੀਤੀ ਸਮਰੱਥ ਗੁਰੂ ਦੀ, ਜਿੱਥੇ ਕੁੜਮਾਂ ਦਾ ਸਾਕ ਸੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਫੜ ਲਏ, ਗੁਰੂ ਵਾਲੇ ਬਣੇ, ਸੇਵਾ ਟਹਿਲ ਬਖਸ਼ਿਸ਼ਾਂ ਲਈਆਂ, ਤੀਜੇ ਗੁਰੂ ਨਾਨਕ ਬਣੇ। ਸਤਿਗੁਰੂ ਪਾਤਸ਼ਾਹ ਪਾਵਨ ਬਚਨ ਆਪਣੀ ਬਾਣੀ ਵਿੱਚ ਕਹਿੰਦੇ ਨੇ, ਪਿਆਰਿਓ ਸਤ ਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰਿ ਕਾ ਨਾਮ ਮਨ ਵਸਾਇਆ। ਹਰਿ ਨਿਰਮਲ ਹੋ ਮੈਂ ਮੈਲ ਗਵਾਏ, ਦਾ ਸੱਚੈ ਸੋਭਾ ਪਾਵਣਿਆ। ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਤੋਂ ਨਾਮ ਨਹੀਂ ਪਾਇਆ ਜਾਂਦਾ, ਨਾਮ ਨਹੀਂ ਜਪਿਆ ਜਾਂਦਾ, ਭਾਵੇਂ ਮਨੁੱਖ ਬੜੇ ਦਾਅਵੇ ਬੰਨੇ, ਕਿਉਂਕਿ ਗੁਰੂ ਤੋਂ ਬਿਨਾਂ ਅੰਧਕਾਰ ਦਾ ਅੰਧੇਰਾ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਉ ਬੁਰਾ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। 100 ਚੰਦ ਹਜ਼ਾਰ ਸੂਰਜ ਚੜ੍ਹ ਜਾਵੇ, ਇਤਨਾ ਰੋਸ਼ਨ ਪ੍ਰਕਾਸ਼, ਇਤਨੀ ਸੋਝੀ ਹੋਗੀ,
ਪਰ ਗੁਰੂ ਤੋਂ ਬਿਨਾਂ ਅੰਧੇਰਾ ਹੀ ਅੰਧੇਰਾ। ਗੁਰੂ ਤੋਂ ਬਿਨਾਂ ਤਰਿਆ ਨਹੀਂ ਜਾਂਦਾ, ਕਿਉਂਕਿ ਵਿਧਾਨ ਇਹ ਮਰਜ਼ਾਦਾ ਹੈ ਉਸ ਦਾਤੇ ਪਰਵਰਦਗਾਰ ਦੀ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾ ਕੀਤਾ। ਗੁਰੂ ਦਾ ਬਚਨ ਮੰਨੋ, ਉਸ ਵਿੱਚ ਬਖਸ਼ੀਸ਼ਾਂ ਨੇ ਗੁਰੂ ਨਾਨਕ ਦੀਆਂ। ਜੋ ਗੁਰ ਸ਼ਬਦੀ ਗੁਰਮਤੀਏ ਹੋਏ ਬਖਸ਼ੀਸ਼ਾਂ ਲੈਂਦੇ ਨੇ, ਕਿਉਂਕਿ ਬਿਨਾਂ ਗੁਰੂ ਤੋਂ ਨਾਮ ਜਪਿਆ ਨਹੀਂ ਜਾਂਦਾ। ਸਿੱਧ ਸਾਧਕ ਸਭ ਬਰਲਾਪ ਕਰ ਰਹੇ ਨੇ, ਪਰ ਪ੍ਰਾਪਤੀ ਨਾ ਹੋਈ ਬਿਨਾਂ ਗੁਰੂ ਤੋਂ, ਕਿਉਂਕਿ ਗੁਰੂ ਤੋਂ ਬਿਨਾਂ ਗਤ ਨਹੀਂ। ਸ਼ਾਹ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ। ਕਿਉਂਕਿ ਗੁਰੂ ਆਪ ਉਸ ਨਿਰੰਕਾਰ ਦਾ ਰੂਪ ਨੇ ਜੋ ਤਰਲੋਕੀ ਦਾ ਮਾਲਕ ਹੈ। ਆਪ ਭੇਜਦਾ ਹੈ ਸਮਰੱਥ ਗੁਰੂ ਨੂੰ। ਜੋ ਪਾਤਸ਼ਾਹ ਫਰਮਾਉਂਦੇ ਨੇ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰਾ ਭਾਗ ਗੁਰ ਪਾਵਣਿਓ। ਗੁਰੂ ਦੇ ਸੇਵਨ ਕੀਤੇ ਬਿਨਾਂ ਜੇ ਨਾ ਗੁਰੂ ਨੂੰ ਜਪੀਏ, ਗੁਰੂ ਗੁਰੂ ਨਾ ਆਰਾਧੀਏ, ਨਾ ਗੁਰੂ ਦੇ ਉਪਦੇਸ਼ ਨੂੰ ਮੰਨੀਏ, ਭਾਈ ਸੁੱਖ ਤੈਨੂੰ ਨਸੀਬ ਨਹੀਂ ਹੋਣਾ। ਪੂਰਨ ਭਾਗਾ ਕਰਕੇ, ਵੱਡੇ ਪੁੰਨਾਂ ਕਰਕੇ ਗੁਰੂ ਪਾਇਆ ਜਾਂਦਾ। ਗੁਰੂ ਇੰਝ ਨਹੀਂ ਮਿਲ ਜਾਂਦਾ। ਵੱਡੇ ਭਾਗ ਭੇਟੇ ਗੁਰ ਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਇੱਕ ਅਪਰਾਧ ਨਹੀਂ ਆਖਿਆ ਪਾਤਸ਼ਾਹ ਨੇ, ਕਰੋੜਾਂ ਕੀਤੇ ਹੋਵਣ ਤੇਰੇ। ਵੱਡੇ ਭਾਗ ਪਰ ਬਲ ਪੁੰਨ, ਤੈਨੂੰ ਗੁਰੂ ਦਾ ਸੰਗ ਮਿਲਿਆ, ਤੇਰੇ ਘਟੇ ਜਾਵਣਗੇ। ਗਣਕਾ ਵਿਸ਼ਵਾਸੀ ਪਾਪਣ ਸੀ, ਬ੍ਰਹਮ ਸਰੋਤਰੀ ਬ੍ਰਹਮ ਨੇਟੀ। ਗੁਰੂ ਦਾ ਸੰਗ ਹੋ ਗਿਆ, ਭਾਗ ਜਾਗੇ। ਪਦਾ ਪੂਰਬਲਾ ਕਰਮ ਬਣ ਆਇਆ, ਉਹ ਕਰਮ ਅੱਗੇ ਆ ਵੇ। ਬੈਕੁੰਠ ਦੀ ਵਾਸਣ ਬਣੀ, ਗੁਰੂ ਦਾ ਬਚਨ ਮੰਨ ਲਿਆ, ਤਰ ਗਏ। ਜਿਨ੍ਹਾਂ ਨੇ ਵੀ ਗੁਰੂ ਧਾਰਿਆ ਉਹ ਤਰਿਆ, ਬਚਨ ਮੰਨਦੇ ਆ। ਪਾਤਸ਼ਾਹ ਫਰਮਾਉਂਦੇ ਨੇ, ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾ ਹੋ ਮੈਂ ਸੁਖ ਹੈ। ਇਹ ਮਨ ਆਲਸੀ ਰੂਪ ਸੀਸਾ ਹੈ ਭਾਈ। ਤੂੰ ਗੁਰਮੁਖ ਮਨ ਦਰਪਣ ਵਿੱਚ ਆਤਮ ਮੁਖ ਨੂੰ ਦੇਖਦਾ ਹੈ। ਜਦ ਖੰਤਾ ਤੇ ਮਮਤਾ ਜਲ ਨੂੰ ਸੋਖਦਾ ਕਰ ਦੇਵੇ, ਤਬ ਰਾਗ ਦਵੈਕ ਰੂਪੀ ਮਨ ਜੰਗਾਲ ਨਹੀਂ ਲੱਗਦਾ। ਅਨਹਤ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸੱਚ ਸਮਾਵਣਿਓ। ਨਾਮ ਬਾਣੀ ਮੈਲ ਧੋ ਰਹੇ, ਉਹ ਗੁਰੂ ਸ਼ਬਦ ਕਰਕੇ ਜੋ ਇੱਕ ਰਸ ਬਜਾਉਂਦੇ ਨੇ, ਜਪਦੇ ਨੇ, ਸੋ ਸੱਚ ਪਰਮੇਸ਼ਰ ਵਿੱਚ ਭਾਈ ਉਹ ਸਮਾ ਜਾਂਦੇ ਨੇ। ਜੋ ਜਪਦੇ ਨੇ, ਆਰਾਧਦੇ ਨੇ। ਬਿਨ ਸਤਿਗੁਰ ਕਿਉ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਦਾ ਸਰੂਪ ਗੁਣ ਕਿਸੇ ਪ੍ਰਕਾਰ ਕੁਝ ਦੇਖਿਆ ਨਹੀਂ ਜਾਂਦਾ। ਜਿਸ ਪਰ ਗੁਰੂ ਨੇ ਕਿਰਪਾ ਕੀਤੀ, ਉਹ ਆਪਣਾ ਸਰੂਪ ਦਿਖਾ ਦਿੱਤਾ। ਕਿਉਂਕਿ ਗੁਰੂ ਆਪ ਬਖਸ਼ਿਸ਼ ਕਰੇ ਤਾਂ ਦਰਸ਼ਨ ਨੇ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ। ਹੇ ਮੇਰੇ ਵਾਹਿਗੁਰੂ, ਜਿਸ ਨੂੰ ਤੂੰ ਆਪਣਾ ਆਪ ਜਣਾਵੇਂ, ਉਹ ਜਾਣੇਗਾ, ਦੂਜਾ ਨਹੀਂ ਜਾਣਦਾ। ਜਾਂ ਕੋਲ ਬੈਠਿਆ ਹੀ ਦੂਰ ਹੈ, ਤੇ ਤੇਰੀ ਰਹਿਮਤ ਬਖਸ਼ੀਸ਼ ਹੋ ਜਾਵੇ, ਉਦੋਂ ਤਾਰ ਦਿੰਦਾ।
ਮਿਲਾ ਲੈਂਦਾ ਹੈ ਵਿਛੜੇ ਨੂੰ। ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾਵਣਿਓ। ਪਰਿਪੂਰਨ ਪਰਮਾਤਮਾ ਆਪੇ ਆਪ ਹੀ ਜਗਤ ਰੂਪ ਹੋ ਰਿਹਾ, ਇਸ ਵਿੱਚ ਆਪ ਹੀ ਮਿਲ ਰਿਹਾ। ਜਿਨ੍ਹਾਂ ਦਾ ਐਸਾ ਨਿਸ਼ਚਾ ਉਹ ਸੁਭਾਵਕ ਹੀ ਸਹਿਜ ਪਦ ਵਿੱਚ ਸਮਾ ਜਾਂਦੇ ਨੇ। ਗੁਰਮੁਖ ਹੋਵੈ ਸੋ ਇੱਕ ਸਸਿਉ ਲਿਵ ਲਾਇ, ਦੂਜਾ ਭਰਮ ਗੁਰ ਸ਼ਬਦ ਜਲਾਇ। ਜੋ ਭਾਈ ਗੁਰਮੁਖ ਸੋ ਇੱਕ ਪਰਮੇਸ਼ਰ ਦੇ ਸਾਥ ਬਿਰਤੀ ਲਾਉਂਦਾ ਹੈ ਗੁਰਮੁਖ, ਔਰ ਦਵੈਤ ਭਰਮ ਗੁਰੂ ਦੀ ਉਪਦੇਸ਼ ਕਰਕੇ ਜਲਾ ਦਿੰਦਾ ਹੈ। ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸਚ ਪਾਵਣਿਓ। ਸੱਚਾ ਖਜ਼ਾਨਾ ਨਾਮ ਦਾ ਪਾ ਕੇ ਔਰ ਦੇਹ ਵਿੱਚ ਰਹਿ ਕੇ ਨਾਮ ਦਾ ਜਪਣਾ ਔਰ ਜਪਣ ਦਾ ਉਪਦੇਸ਼ ਦੇਣਾ, ਇਹ ਵਣਜ ਵਪਾਰ ਰੱਬ ਦੇ ਪਿਆਰੇ ਗੁਰਮੁਖ ਕਰਦੇ। ਜਪਦੇ ਨੇ ਜਪਾਉਂਦੇ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਸਤਿਗੁਰੂ ਆਪ ਤੂੜੀ ਮੰਗਦੇ ਨੇ, ਜਪਦਾ ਤੇ ਜਪਾਉਂਦਾ ਹੈ। ਕੈਸੀਆਂ ਬਖਸ਼ੀਸ਼ਾਂ ਨੇ, ਕਿਉਂਕਿ ਜੋ ਆਪ ਜੁੜਿਆ ਜੋੜ ਦਾ ਵੱਡਾ ਫਲ ਹੈ। ਧੰਨ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਨੇ ਬਖਸ਼ਿਆ ਕਰਨੀਆਂ ਭਾਈ, ਇੱਕ ਨੂੰ ਜੋੜ ਦੇਣਾ, 100 ਗਊ ਦਾਨ ਪੁੰਨ ਕਰ ਦਿੱਤੀ। ਐਸਾ ਫਲ ਵੱਡਾ ਪੁੰਨ ਹੈ, ਜੇ ਤੋੜ ਦੇਣਾ ਵੱਡਾ ਪਾਪ। ਕਿਉਂਕਿ ਜੋੜਨ ਜਿੱਡਾ ਪੁੰਨ ਨਹੀਂ, ਤੋੜਨ ਜਿੱਡਾ ਪਾਪ। ਜੋ ਪਾਤਸ਼ਾਹ ਫਰਮਾਉਂਦੇ ਨੇ, ਰੱਬ ਦੇ ਜਨਾਂ ਦਾ ਕੈਸਾ ਕਰਤਾ, ਉਹ ਆਪ ਜਪਦੇ ਤੇ ਜਪਾਉਂਦੇ ਨੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਵਣਜ ਵਪਾਰ ਉਹਨਾਂ ਦਾ ਇਹੀ ਹੈ, ਜਪਣਾ ਔਰ ਜਪਣ ਦਾ ਉਪਦੇਸ਼ ਦੇਣਾ। ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ। ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਿਉਂਕਿ ਰੱਬ ਦੇ ਜਨਾਂ ਨੇ ਵਣਜ ਵਪਾਰ ਨਾਮ ਦਾ ਕੀਤਾ। ਗੁਰਮੁਖ ਕਰਨੀ ਕਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਗੁਰਮੁਖਾਂ ਦੀ ਭਾਈ ਇਹੀ ਕਰਨੀ ਉੱਤਮ ਮੰਨੀ ਗਈ। ਜੋ ਹਰੀ ਦੀ ਕੀਰਤੀ ਨੂੰ ਸੰਭਾਲਦੇ ਨੇ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਗਾਉਂਦੇ ਨੇ ਰਸਨਾ ਕਰਕੇ। ਔਰ ਉਪਦੇਸ਼ ਸਤਿਗੁਰੂ ਦਿੰਦੇ ਨੇ, ਗਾਵੋ ਰਸਨਾ ਕਰਕੇ ਪ੍ਰਭੂ ਦੀ ਕੀਰਤੀ। ਗੁਰਮੁਖ ਗਾਉਂਦੇ ਨੇ। ਸੋ ਗੁਰਮੁਖ ਮੋਖ ਦਾ ਦਰਵਾਜ਼ਾ। ਕਿਹੜਾ ਦਰਵਾਜ਼ਾ ਹੈ ਮੋਖ ਦਾ? ਗਿਆਨ ਹੈ, ਪਾ ਲੈਂਦੇ ਨੇ। ਉਹਨਾਂ ਨੂੰ ਚਾਨਣ ਪ੍ਰਕਾਸ਼ ਹੋਇਆ। ਔਰ ਮੂੜ ਮਨੁੱਖ ਮਨਮੁਖ ਜੋ ਅਗਿਆਨੀ ਵਿਦਿਆ ਵਿੱਚ, ਉਹ ਨਹੀਂ ਜਾਣਦੇ। ਉਹ ਦੂਜੇ ਭਾਵ ਦੇ ਖੋਟੇ ਕਰਮਾਂ ਨੂੰ ਸੱਚ ਮੰਨੀ ਬੈਠੇ ਨੇ। ਪਰ ਗੁਰਮੁਖਾਂ ਨੂੰ ਪ੍ਰਕਾਸ਼ ਹੋ ਗਿਆ। ਉਹ ਚਾਨਣ ਵਿੱਚ, ਉਹ ਅੰਧੇਰੇ ਵਿੱਚ ਨੇ ਮਨਮੁਖ। ਆਨੰਦ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਓ। ਜੋ ਪ੍ਰੇਮ ਦੇ ਵਿੱਚ ਰਤੇ ਹੋਏ ਨਿਰੰਤਰ ਗੁਣ ਗਾਉਂਦੇ ਨੇ, ਸੋ ਸੂਹ ਵਿੱਚ ਬੁਲਾ ਲਏ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ। ਕਿਉਂਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਨਾਮ ਨੂੰ ਜਪਿਆ, ਉਹਨਾਂ ਨੂੰ ਆਪ ਮਿਲਾਉਂਦਾ, ਆਪ ਚੱਲ ਕੇ ਆ ਜਾਂਦਾ। ਐਸਾ ਦਾਤਾ ਹੈ। ਸ਼ਿਵਨਾਭ ਰਾਜਾ
ਮਨ ਸੁਖ ਸਾਧ ਦੀ ਸੰਗਤ ਕਰਕੇ ਬਚਨਾਂ ਉਪਦੇਸ਼ਾਂ ਨੂੰ ਸੁਣ ਕੇ ਜਗਤ ਦੇ ਮਾਲਕ ਦੀ ਵਡਿਆਈ ਨੂੰ ਸੁਣਿਆ ਕਿ ਗੁਰੂ ਨਾਨਕ ਨਿਰੰਕਾਰ ਰੂਪ ਆਪ ਆਏ ਹੋਏ। ਬੜੀ ਇੱਛਾ ਹੋਈ, ਬੜਾ ਮਨ ਵਿਰਾਗੀ, ਅਨੇਕਾਂ ਗਏ ਬਣ ਕੇ ਕਿ ਅਸੀਂ ਸਾਰਿਆਂ ਦੀ ਪਰਖ ਕੀਤੀ, ਫੇਰ ਹੋ ਗਏ। ਜਗਤ ਦਾ ਮਾਲਕ ਸਮਰੱਥ ਅੰਤਰ ਦਾ ਪ੍ਰੇਰਕ ਹੈ ਮੇਰਾ ਗੁਰੂ ਨਾਨਕ। ਅੰਨ ਜਲ ਵੀ ਛੱਡ ਦਿੱਤਾ ਕਿ ਕੁਝ ਛਕਣਾ ਨਹੀਂ, ਦਰਸ਼ਨ ਦੀ ਅਬਲਖ ਕਿ ਸਤਿਗੁਰੂ ਆਪ ਆਵੋ। ਫਿਰ ਗਏ ਗੁਰੂ ਨਾਨਕ ਦੇਵ ਮਹਾਰਾਜ, ਤੋ ਚਰਨ ਪਾਏ ਸੁੱਕਾ ਬਾਗ ਹਰਿਆ ਭਰਿਆ ਹੋ ਗਿਆ। ਉਹ ਧਰਤੀ ਸੁਹਾਵਣੀ ਹੋ ਗਈ ਤੇ ਜਗਤ ਦੇ ਮਾਲਕ ਨੇ ਚਰਨ ਪਾ ਦਿੱਤੇ। ਰਾਜੇ ਨੇ ਫਿਰ ਵੀ ਪਰਖ ਕੀਤੀ, ਰਾਣੀਆਂ ਪ੍ਰਾਣੀਆਂ ਭੇਜੀਆਂ, ਉਹਨਾਂ ਨੂੰ ਵੀ ਸਤਿਗੁਰਾਂ ਨੇ ਤਾਰਿਆ, ਬਖਸ਼ਿਸ਼ਾਂ ਕੀਤੀਆਂ। ਰਾਜਾ ਵੀ ਆਇਆ ਤੇ ਚਰਨਾਂ ਤੇ ਢਹਿ ਪਿਆ, ਭੁੱਲ ਵੀ ਤੇ ਮਹੱਲਾ ਵਿੱਚ ਲੈ ਕੇ ਗਿਆ, ਬਖਸ਼ਿਸ਼ਾਂ ਲਈਆਂ ਜਗਤ ਦੇ ਮਾਲਕ ਤੋਂ। ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਬਿਦਰ ਦੇ ਹਿਰਦੇ ਵਿੱਚ ਪ੍ਰੇਮ ਸੀ, ਭਗਵਾਨ ਆਪ ਚੱਲ ਕੇ ਗਏ। ਮਹੱਲਾ ਨੂੰ ਛੱਡ ਦਿੱਤਾ, ਅਨੇਕਾਂ ਪ੍ਰਕਾਰਾਂ ਦੇ ਭੋਜਨਾਂ ਨੂੰ ਛੱਡ ਦਿੱਤਾ, ਬਿਦਰ ਦਾ ਲੂਣਾ ਸਾਗ ਖਾਧਾ। ਭਗਵਾਨ ਨੇ ਆਪ ਵੀ ਬਚਨ ਕਹੇ, ਰਾਜੇ ਦੁਰਯੋਧਨ ਨੂੰ ਗੁਣ ਗਾਵਤ ਰੈਨ ਬਿਹਾਨੀ, ਗੁਣ ਗਾਵਦਿਆਂ ਰਾਤ ਗੁਜ਼ਰੀ ਹੈ। ਕਿਉਂਕਿ ਮੇਰਾ ਪਿਆਰਾ ਭਗਤ ਹੈ ਤਾਂ ਪ੍ਰੇਮ ਦਾ ਭੁੱਖਾ, ਕੋਈ ਪਦਾਰਥਾਂ ਦਾ ਨਹੀਂ। ਕਿਸੇ ਵਿੱਚ ਪ੍ਰੇਮ ਦਿਸਿਆ ਹੀ ਨਹੀਂ, ਕਿਵੇਂ ਰਹਿੰਦਾ। ਤੇਰੇ ਭਾਉ ਨਾ ਦਿਸਈ ਮੇਰੇ ਨਾਹੀ, ਆਪਦਾ ਦੁੱਖਾ, ਮੈਨੂੰ ਕੋਈ ਦੁੱਖ ਨਹੀਂ ਹੋਇਆ। ਗੋਬਿੰਦ ਭਾਉ ਭਗਤ ਦਾ ਭੁੱਖਾ, ਮੈਂ ਤਾਂ ਪ੍ਰੇਮਾ ਭਗਤੀ ਦਾ ਭੁੱਖਾ। ਕੋਈ ਪ੍ਰੇਮ ਨਾ ਮੈਨੂੰ ਯਾਦ ਕਰੇ, ਮੈਂ ਜਾਂਦਾ ਸਾਂ। ਕਿਉਂਕਿ ਉਹ ਮਾਲਕ ਸਮਰੱਥ ਹੈ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ, ਆਨੰਦਿੰਦ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣੇ। ਜੋ ਪ੍ਰੇਮ ਦੇ ਵਿੱਚ ਰਤਿਆ ਹੋਇਆ ਗੁਣ ਗਾਵੇਗਾ, ਜਪੇਗਾ ਮੇਰੇ ਵਾਹਿਗੁਰੂ ਨੂੰ, ਉਹਨੂੰ ਗੁਰੂ ਆਪ ਬੁਲਾਵੇਗਾ, ਆਪ ਸੱਦੇਗਾ, ਪ੍ਰਾਪਤ ਕਰੇਗਾ। ਉਹ ਮਾਲਕ ਹੈ, ਉਹ ਤਾਂ ਜਾਣਦਾ ਹੈ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਤਾਂ ਤੇਰੇ ਕਰਤਬਾਂ ਨੂੰ ਦੇਖਦਾ ਹੈ, ਸੁਣਦਾ ਹੈ, ਫਿਰ ਆਪ ਚੱਲ ਕੇ ਵੀ ਆਉਂਦਾ ਹੈ। ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੈ ਭਾਗ ਮਨ ਸ਼ਬਦ ਵਸਾਇਆ। ਸਤਿਗੁਰੂ ਦਾਤਾ ਪਰਮੇਸ਼ਰ ਦਾ ਮਿਲਾਇਆ ਹੋਇਆ ਹੀ ਮਿਲਦਾ, ਆਪਣੇ ਆਪ ਨਹੀਂ ਮਿਲਦਾ। ਜੇ ਮਨੁੱਖ ਆਖੇ ਮੈਂ ਆਪਣੇ ਆਪ ਮਿਲ ਪਵਾਂਗਾ, ਆਪਣੇ ਆਪ ਨਹੀਂ, ਪਰਮੇਸ਼ਰ ਦਾ ਮਿਲਾਇਆ ਹੋਇਆ ਮਿਲਦਾ। ਪੂਰੇ ਭਾਗਾਂ ਵਾਲਿਆਂ ਨੇ ਗੁਰੂ ਦਾ ਸ਼ਬਦ ਮਨ ਵਿੱਚ ਵਸਾਇਆ ਹੈ। ਨਾਨਕ ਨਾਮ ਮਿਲੈ ਵਡਿਆਈ, ਆਦ ਸੱਚੇ ਕੇ ਗੁਣ ਗਾਵਣਿਓ। ਜੋ ਵਾਹਿਗੁਰੂ ਸੱਚੇ ਦੇ ਭਾਈ ਗੁਣ ਗਾਉਂਦੇ ਨੇ, ਨਾਮ ਜਪਦੇ ਨੇ, ਤਿਨਾਂ ਨੂੰ ਫਿਰ ਨਾਮ ਦੀ ਵਡਿਆਈ ਮਿਲਦੀ। ਗੁਰੂ ਨਾਨਕ ਦੇ ਘਰੋਂ ਨਾਮ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਹਰ ਮਨ ਤਨ ਵਸਿਆ ਸੋਈ, ਜਿਨ੍ਹਾਂ ਦੇ ਮਨ ਤੇ ਤਨ ਵਿੱਚ ਮੇਰਾ ਵਾਹਿਗੁਰੂ ਵਸਿਆ। ਜੈ ਜੈਕਾਰ ਕਰੇ ਸਭ ਕੋਈ। ਸਾਰੇ ਫਿਰ ਉਸਦੀ ਜੈ ਜੈਕਾਰ ਕਰਦੇ ਨੇ ਕਿ ਰੱਬ ਦਾ ਪਿਆਰਾ ਜਨ ਹੈ,
ਇਹ ਅੱਜ ਬਾਬਾ ਜੀ ਦੀ ਜੈ ਜੈਕਾਰ ਹੁੰਦੀ। ਸੰਸਾਰ ਜਗਤ ਜੋ ਵਾਸੀ ਦਾ ਸਮਾਗਮ ਦਿਹਾੜਾ ਰਿਹਾ, ਸਭ ਸੰਗਤਾਂ ਵਿੱਚ ਮਹਾਂਪੁਰਸ਼ਾਂ ਬੜਾ ਉਤਸ਼ਾਹ, ਦਿਨ ਰਾਤ ਸਭਾਵਾਂ ਹੋ ਰਹੀਆਂ, ਕਿਉਂਕਿ ਆਪ ਜਗਤ ਦੇ ਮਾਲਕ ਗੁਰੂ ਨਾਨਕ ਨਾਲ ਇੱਕ ਰੂਪ ਹੋ ਗਏ। ਜੋ ਸਤਿਗੁਰਾਂ ਦੇ ਪਾਵਨ ਬਚਨ ਨੇ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ। ਹਰੀ ਤੇ ਹਰੀ ਦਾ ਜਨ ਇੱਕ ਨੇ, ਦੋ ਨਹੀਂ, ਇੱਕ ਨੇ। ਜਪਿਆ ਨਾਮ ਦਿਨ ਤੇ ਰਾਤ ਅਰਾਧਿਆ, ਸਵਾਸ ਗਰਾਸ। ਫਿਰ ਪਾਤਸ਼ਾਹ ਨੇ ਕੀ ਬਚਨ ਕਹੇ ਨੇ ਆਪਣਿਆਂ ਜਨਾਂ ਪ੍ਰਤੀ, ਭਗਤਾਂ ਪ੍ਰਤੀ? ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਮਤ ਕੋਈ ਭਰਮ ਵਿੱਚ ਪਵੇ, ਜਿਨ੍ਹਾਂ ਨੇ ਦਿਨ ਰਾਤ ਜਪਿਆ ਮੇਰੇ ਗੁਰੂ ਨਾਨਕ, ਮੇਰੇ ਵਾਹਿਗੁਰੂ, ਉਹ ਗੁਰੂ ਨਾਨਕ ਹਰੀ ਦਾ ਰੂਪ ਹੋ। ਕੋਈ ਭੇਦ ਹੀ ਨਹੀਂ ਰਿਹਾ, ਇੱਕ ਨੇ। ਸੰਤ ਅਨੰਤ ਹੈ, ਅੰਤਰ ਨਾਹੀ, ਕੋਈ ਅੰਤਰ ਹੀ ਨਹੀਂ, ਕਿਉਂਕਿ ਉਹ ਤਾਂ ਆਪ ਹੀ ਸਾਧੂ ਦੇ ਰੂਪ ਵਿੱਚ ਆਉਂਦਾ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਆਪ ਚੱਲ ਕੇ ਆਉਂਦਾ, ਕਿ ਤਾਲ ਨਾ ਖੈ ਭੁੱਲਿਆਂ ਨੂੰ ਮਾਰਗ ਪਾਉਣਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ ਭਾਈ। ਗੁਣ ਗਾਵੇਂਗਾ ਗੁਰੂ ਨਾਨਕ ਦੇ, ਤੇ ਤੈਨੂੰ ਵਡਿਆਈ ਮਿਲੇਗੀ, ਤੇਰੀ ਸੋਭਾ ਵੀ ਹੋਵੇਗੀ। ਇਹ ਲੋਕ ਪਰਲੋਕ ਵੀ ਸਹੇਲਾ। ਵਾਜ ਮਹੱਲਾ ਤੀਜਾ। ਆਪ ਵੰਝਾਏ ਤਾਂ ਸਭ ਕਿਛ ਪਾਏ, ਗੁਰ ਸਬਦੀ ਸੱਚੀ ਲੈ ਵਲਾਏ। ਜਬ ਆਪ ਪ੍ਰਸੰਨ ਹੰਕਾਰ ਨੂੰ ਗਵਾ ਦਵੇ, ਤਾਂ ਸਾਰੇ ਗੁਣ ਮਿਲ ਜਾਂਦੇ ਨੇ। ਔਰ ਗੁਰੂ ਉਪਦੇਸ਼ ਵਾਲੇ, ਗੁਰ ਸ਼ਬਦੀ ਗੁਰਮਤੀਏ, ਉਹ 'ਚ ਸੱਚੀ ਅਖੰਡਾ ਕਰ ਬਿਰਤੀ ਲਾਉਂਦੇ ਨੇ। ਕੈਸੀ ਬਿਰਤੀ? ਸੰਕਲਪ ਵਿਕਲਪ ਨਹੀਂ ਫੁਰਦੇ ਫਿਰ, ਨਿਰਵਿਕਲਪ ਸਮਾਧੀ। ਸੱਚੇ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਮਨ ਜੁੜ ਗਿਆ, ਤੇਲ ਦੀ ਧਾਰ ਵੱਧ ਜੁੜਿਆ, ਤੇ ਰਸ ਤੇ ਆਨੰਦ ਕਹਿਣ ਕਥਨ ਤੋਂ ਬਾਹਰ ਆ। ਜੋ ਜੁੜਦੇ ਨੇ ਜਪਦੇ ਨੇ। ਸੱਚ ਵਣੰਜੈ ਸੱਚ ਸੰਗ ਰਹਿ, ਸੱਚ ਵਪਾਰ ਕਰਾਵਣਿਓ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਸੱਚੇ ਉਪਦੇਸ਼ ਨੂੰ ਲੈਂਦੇ ਨੇ ਵਣਜ, ਸੱਚੇ ਦੇ ਉਪਦੇਸ਼ ਦਾ ਵਿਚਾਰੀ ਨੇ। ਸੀ ਸੱਚ ਨੂੰ ਇਕੱਠਾ ਭਾਵ ਨਿਸ਼ਚੇ ਕਰਦੇ ਨੇ। ਸੱਚ ਨੂੰ, ਸੱਚ ਦਾ ਹੀ ਲੈਣਾ ਤੇ ਦੇਣਾ ਜਗਿਆਸੂਆਂ ਨੂੰ ਕਰਾਉਂਦੇ ਆ। ਭਾਈ ਸੱਚੇ ਬਣੋ, ਸੱਚ ਦੇ ਮਾਰਗ ਤੇ ਚੱਲੋ, ਝੂਠ ਨਾ ਬੋਲੋ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜੋ ਗੁਰ ਦੱਸੇ ਵਾਕ ਮੁਰੀਦਾਂ ਜੋਤੀ। ਜਿਵੇਂ ਹੋਰ ਪਾਪ ਨੇ, ਝੂਠ ਬੋਲਣਾ ਵੀ ਪਾਪ ਹੈ। ਮਨੁੱਖ ਫਿਰ ਦੇਣਦਾਰ ਹੈ, ਕਿਉਂਕਿ ਮਾਲਕ ਤਾਂ ਜਾਣਦਾ ਹੈ। ਹਿਸਾਬ ਕਿਤਾਬ ਹੋਵੇਗਾ, ਕੀ ਜਵਾਬ ਦੇਵੇਂਗਾ? ਪਾਤਸ਼ਾਹ ਫਰਮਾਉਂਦੇ ਨੇ, ਜੋ ਰੱਬ ਦੇ ਪਿਆਰੇ, ਉਹਨਾਂ ਨੇ ਸੱਚ ਦਾ ਵਣਜ ਕੀਤਾ, ਵਪਾਰ ਸੱਚ ਦਾ। ਉਹ ਸੱਚ ਦੇ ਮਾਰਗ ਤੇ ਆਪ ਚੱਲੇ, ਸੰਸਾਰੀਆਂ ਨੂੰ ਤੋਰਿਆ ਕਿ ਭਾਈ ਸੱਚ ਬੋਲੋ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਤੇਰਾ ਵਿਵਹਾਰ ਸੱਚ ਦਾ ਹੋਵੇ, ਝੂਠ ਦਾ ਨਾ ਹੋਵੇ।
ਗੁਣ ਵੀ ਗਾ ਗੁਰੂ ਨਾਨਕ ਦੇ ਪਰਮੇਸ਼ਰ ਦੇ, ਨਾਮ ਵੀ ਜਪ, ਪਰ ਵਣਜ ਵਪਾਰ ਵਿੱਚ ਝੂਠ ਨਾ ਹੋਵੇ। ਸੱਚ ਦਾ ਵਣਜ ਕਰ, ਤੇ ਵੱਡੀਆਂ ਬਖਸ਼ੀਸ਼ਾਂ ਨੇ ਗੁਰੂ ਨਾਨਕ ਦੇ ਘਰੋਂ ਮਿਲਦੀਆਂ। ਤੇ ਸਤਿਗੁਰਾਂ ਨੇ ਕੀ ਬਚਨ ਆਖੇ, ਸਚਿਆਰ ਸਿੱਖ ਬਹਿ ਸਤਿਗੁਰ ਪਾਸ। ਉਹ ਗੁਰੂ ਦੀ ਗੋਦ ਵਿੱਚ ਬਹਿੰਦੇ ਨੇ ਸੱਚੇ। ਸਚਿਆਰ ਸਿੱਖ ਬਹਿ ਸਤਿਗੁਰ ਪਾਸ, ਉਹ ਗੁਰੂ ਦੇ ਹਜੂਰ, ਕਿਉਂਕਿ ਸੱਚੇ ਨੇ। ਕਿਉਂਕਿ ਜਿੱਤ ਸੱਚ ਦੀ ਹੁੰਦੀ, ਕੂੜ ਦੇ ਬੱਦਲ ਕੁਝ ਸਮਾਂ ਆ ਜਾਂਦੇ ਨੇ, ਸੂਝ ਸੱਚ ਵਰਗਾ ਹੈ ਜ਼ਾਹਰ ਹੋ ਜਾਂਦਾ। ਕੂੜ ਨ ਖੁੱਟੈ ਨਾਨਕਾ ਓੜਕ ਸੱਚ ਰਹੀ, ਰਹਿਣਾ ਸੱਚ ਨੇ ਹੈ। ਖੋ ਵਾਰੀ ਜੀਓ ਵਾਰੀ, ਹਰ ਗੁਣ ਅਨ ਦਿਨ ਗਾਵਣਿਓ। ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਣਿਓ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਤਿਨਾਂ ਦੇ ਮਨ ਤਨ ਤੇ ਵਾਰਨੇ ਜਾਂਦਾ ਖਾਂ, ਜੋ ਰਾਤ ਦਿਨ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ। ਉਹ ਇਸ ਤਰ੍ਹਾਂ ਬੇਨਤੀ ਕਰਦੇ ਖਾਂ ਕਿ ਹੇ ਮੇਰੇ ਗੁਰੂ ਨਾਨਕ, ਮੈਂ ਤੇਰਾ ਦਾਸ, ਤੇਰਾ ਚਾਕਰ ਖਾਂ, ਤੂੰ ਮੇਰਾ ਮਾਲਕ ਠਾਕੁਰ ਹੈ। ਸ਼ਬਦ ਕਰਕੇ ਤੂੰ ਸਾਨੂੰ ਦਾਸਾਂ ਨੂੰ ਵਡਿਆਈ ਦੇਣ ਵਾਲਾ, ਤੂੰ ਵੱਡੀਆਂ ਵਡਿਆਈਆਂ ਬਖਸ਼ਦਾ, ਕਿਉਂਕਿ ਵੱਡਾ ਦਾਤਾ ਹੈ। ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ। ਮਨੁੱਖ ਜਨਮ ਦਾ ਜੋ ਵੇਲਾ ਹੈ, ਸੋ ਸੰਪੂਰਨ ਤਬ ਸੁਹਾਏ ਮਨ ਹੋਇਆ, ਜਿਸ ਵੇਲੇ ਮੈਂ ਸੱਚਾ ਵਾਹਿਗੁਰੂ ਮੇਰੇ ਮਨ ਵਿੱਚ ਪਾਇਆ। ਕਿਉਂਕਿ ਜਦ ਤੱਕ ਆਪਾਂ ਨਾਮ ਨਹੀਂ ਨਾ ਜਪਦੇ, ਗੁਰੂ ਦੀ ਸ਼ਰਨ ਨਹੀਂ ਨਾ ਲੈਂਦੇ, ਇਹ ਜਨਮ ਆਪਣਾ ਵਿਅਰਥ ਖਾਇਆ ਮੋਲ, ਕਿਸੇ ਕੰਮ ਦਾ ਕਿਸੇ ਅਰਥ ਨਹੀਂ। ਕਿਉਂਕਿ ਉਸ ਦਾਤੇ ਨੇ ਪਰਉਪਕਾਰ ਕੀਤੇ, ਵੱਡੀਆਂ ਬਖਸ਼ੀਸ਼ਾਂ ਕੀਤੀਆਂ, ਆਪਾਂ ਨੂੰ ਅਮੋਲਕ ਜਨਮ ਦੀ ਦਾਤ ਬਖਸ਼ੀ। ਪਾਤਸ਼ਾਹ ਫਰਮਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ। ਉਹ ਮਨੁੱਖ ਜਨਮ ਦਾ ਵੇਲਾ ਸਮਾਂ ਸੰਪੂਰਨ ਸੁਹਾਏ ਮਨ ਹੋਇਆ, ਜਿਸ ਵੇਲੇ ਮੈਂ ਸੱਚੇ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾ ਦਿਆ। ਸੱਚੇ ਸੇਵਿਐ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਓ। ਸੱਚੇ ਦੇ ਜਪਿਆਂ ਭਾਈ ਸੱਚੀ ਵਡਿਆਈ ਮਿਲਦੀ ਹੈ। ਗੁਰੂ ਦੀ ਕਿਰਪਾ ਸੱਚ ਨੂੰ ਵਾਹਿਗੁਰੂ ਪਾ ਲਈਦਾ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅਨ ਰਸ ਚੂਕੈ ਹਰ ਰਸ ਮਨ ਵਸਾਏ। ਜਬ ਸਤਿਗੁਰੂ ਪ੍ਰਸੰਨ ਹੋਏ, ਤਬ ਗਿਆਨ ਆਦਿ ਗੁਣ ਰੂਪੀ ਭੋਜਨ ਅਸਾਂ ਨਹੀਂ ਪਾਏ। ਹਰੀ ਰਸ ਦੇ ਮਨ ਵਿੱਚ ਵਸਾਵਣ ਕਰਕੇ ਤਾਂ ਰਸ ਸਾਰੇ ਭੁੱਲ ਗਏ। ਕਿਉਂਕਿ ਜਦੋਂ ਨਾਮ ਦਾ ਰਸ ਆਵੇ, ਜਗਤ ਦੇ ਰਸ ਤੁਛ ਪ੍ਰਤੀਤ ਹੁੰਦੇ ਨੇ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਸ੍ਰੀ ਆਨੰਦ ਸਾਹਿਬ ਵਿੱਚ ਨੇ। ਰਸਨਾ ਨੂੰ ਸੰਬੋਧਨ ਕਰਦੇ ਆ, ਸਤਿਗੁਰੂ ਕੀ ਬਚਨ ਕਹਿੰਦੇ ਨੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਰਸਨਾ ਨੂੰ ਕਹਿੰਦੇ ਨੇ, ਰਸਨਾ ਤੂੰ ਅਨ ਰਸਾਂ ਵਿੱਚ, ਜਗਤ ਦੀਆਂ ਭੋਗਾਂ ਵਿੱਚ, 36 ਪ੍ਰਕਾਰ ਦੇ ਭੋਜਨ ਆਦਿਕ ਰਸਾਂ ਵਿੱਚ ਬੜੀ ਰਸ ਰਹੀ, ਪਰ ਪਿਆਸ ਤੇਰੀ ਭੁੱਖ ਫਿਰ ਵੀ ਨਾ ਗਈ।
ਇਹ ਰਸਨਾ तू अन्न रस राच रही तेरी प्यास ना जाए, प्यास ना जाए खोरत किता, भावें तू बड़े यतन कर मेरी भुख प्यास मिट जाएगी, नहीं मिटेगी। कोई यतन तेरा सफल नहीं होना। जगत विच ऐसे भी पुरुष होए ने जिन्हां ने वचन कहे ने कि मनुख सारियां आसां कर लवे, मन आइयां कर लवे, फिर मन जुड़ता, भुख मिट जाती, पर सतगुरु सहमत नहीं होए, भुख बढ़ती जाती है, मिटती नहीं। जद तक नाम दा रस ना आया, नाम दी भुख ना लगी, पदार्थां दी विषयां दी रसां दी भुख नहीं मिटनी। ए रसना तू अन्न रस राच रही तेरी प्यास ना जाए, प्यास ना जाए खोरत किता, जिचर खाद रस पल्ले ना पाए। जद तक तू नाम दा रस पल्ले विच नहीं पाया, तेरी प्यास भुख जानी। गुरु नानक देव महाराज जी दे भी पावन बचन ने, भुखिया भुख ना उतरी जे बन्ना पुरियां भार। सतगुरु उपदेश दिंदे ने प्यारिओ, एक दो पुरियां दे नहीं अनेकां पुरियां दे पदार्थ मिल जावन, भुख फिर भी मनुख दी मिटदी। जो मांगै सो भूखा, मंग मौजूद है भुख है, दी मंग ही मुक गई फिर भुख काहदी। जिन्हां नूं सच्चे नाम दी भुख लगी फिर दूजी भुख नहीं लगदी। पातशाह फरमाउंदे ने, सच्चे सेविया सच वडियाई, गुर किरपा ते सच पावन, भाओ भोजन सतगुर तुठै पाए, अन्न रस चूकै खद रस मन बसाए। जब सतगुरु प्रसन्न होंदे ने तब ज्ञान आदि गुण रूपी भोजन प्राप्त हो जाते, क्योंकि गुरु प्रसन्न होया। परमेश्वर दे रस विच मन वस जाता, इस तो रस सारे भुल जाते। फिर मनुख नूं प्रतीत होंदे तुछ रस ने जगता, जगत संसार दे कुछ भी इन्हां रसां विच नहीं। जदों नाम दा रस लैंदा, पातशाह बैठे सन, जग्यासू आया, बेनती की, सतगुरु मैनू नाम दा रस नहीं आउंदा, बड़ा जपदा, जतन भी बड़े करता। जानी जान गुरदेव ने बचन कीते, भाई जो रस जगत दे छड्डे ने कि नहीं, सच दसी। पातशाह गरीब नवाज, ओ रस तां मैं लै रहा, जगत दे रस मैं लै रहा, वो नहीं छड्डे। पातशाह दे बचन ने, रस सोयना रस रूपा कामन, रस परमल की वास, रस घोड़े रस सेजा मंदिर, रस मीठा रस मास, एते रस शरीर के कह कट नाम नवास। उत्थे नाम दा रस किवें आवे, नाम दा वासा किवें, किवें वसे परमेश्वर दा नाम, जो तू पहले ही इन्नियां रसां नूं चख रिहा, चखे ने चख रिहा है छड्ड दां। लोक सुते ही कहंदा मेरे तो छड्डे नहीं जाते। बाबा जी ने बख्शीशा करनियां, ना छड्ड, पर नाम नूं जप, क्योंकि परमेश्वर दा नाम कैसा है, अमोलक नाम है, आपे छड्डे जावण। रंग लागत ही रंग लागत है, रंग लगदियां लगदियां लग जावेगा, सहजे सहजे रंग लगेगा। कि तू सच्चे दे मार्ग ते चल पिया पहुंचेगा। जो कोई बेड़ी ते बैठेगा वही पार होवेगा। बेड़ियां काफ़ी ने, जे बैठिया ही नहीं पुछदा ही रहा वो पार नहीं हो सकता। जो बेड़ी ते बैठे वो तत्काल फिर पार भी हो जाता। जो उस मार्ग ते चल पिया
ਫਿਰ ਉਹ ਪਹੁੰਚੇਗਾ ਵੀ, ਕਿਉਂਕਿ ਗੁਰੂ ਸਮਰੱਥ ਵੱਡਾ ਹੈ। ਜੋ ਗੁਰੂ ਦਾ ਬਚਨ ਮੰਨ ਲਵੇ, ਉਸ ਮਾਰਗ ਤੇ ਚੱਲ ਪਵੇ, ਫਿਰ ਉਹ ਪਹੁੰਚਦਾ ਹੈ। ਭਗਤ ਵਾਲਮੀਕ ਰਾਮਦਾਸ ਅਨੇਕਾਂ ਨੂੰ ਮਾਰਿਆ, ਘਾਤ ਕੀਤਾ, ਲੁੱਟਿਆ, ਮਹਾਤਮਾ ਮਿਲੇ ਰੱਬ ਦੇ ਪਿਆਰੇ, ਨਾਮ ਦਿੱਤਾ ਮਰਾ ਮਰਾ, 12 ਸਾਲ ਜਪਿਆ ਪ੍ਰਭੂ। ਆਏ ਮਖਾਤਮ ਬਖਸ਼ੀਸ਼ਾਂ ਕੀਤੀਆਂ, ਤਾਲ ਦਿੱਤਾ, ਵਿਦਿਆ ਗਿਆਨ ਸ਼ਸਤਰ ਯਾਦ, ਵੱਡੀਆਂ ਬਖਸ਼ੀਸ਼ਾਂ ਕੀਤੀਆਂ ਭਗਤ ਵਾਲਮੀਕ। ਰੰਗ ਲੱਗ ਗਿਆ, ਪਾਪ ਨਾਸ ਹੋ ਗਏ, ਇੱਕ ਨਾਮ ਦੇ ਜਪਿਆ। ਮਰਾ ਮਰਾ ਤੋਂ ਰਾਮ ਰਾਮ ਦੀ ਧੁਨੀ ਪ੍ਰਗਟ ਹੋ ਗਈ, ਕਿਉਂਕਿ ਉਹ ਮਾਲਕ ਵੱਡਾ ਹੈ। ਪਾਤਸ਼ਾਹ ਦੇ ਬਚਨ ਨੇ, ਉਸ ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਹੀ ਨਹੀਂ ਹੈ। ਐਸਾ ਨਾਮ ਪਰਮੇਸ਼ਰ ਦਾ, ਜਿਸ ਨਾਮ ਨੂੰ ਜਪਿਆ ਕੌਣ ਨਹੀਂ ਤਰਿਆ। ਜਿਨ੍ਹਾਂ ਨੇ ਵੀ ਜਪ ਲਿਆ ਉਹ ਤਰਿਆ, ਕੋਈ ਐਸਾ ਹੈ ਹੀ ਨਹੀਂ ਜੋ ਨਾ ਤਰਿਆ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਖੇ ਸੇ ਨਾਨਕ ਹਰ ਰੰਗ ਮਾਣ ਦੋ। ਵੱਡੇ ਭਾਗ ਪਦ ਬਲ ਪੁਨ ਰੰਗ ਮਾਣਦੇ ਨੇ। ਰਸ ਲਿਆ ਗੁਰੂ ਨਾਨਕ ਦੇ ਘਰੋਂ, ਬਖਸ਼ੀਸ਼ਾਂ ਲਈਆਂ ਨੇ, ਕਿਉਂਕਿ ਨਾਮ ਨੂੰ ਜਪਣ ਵਾਲਾ ਉਹ ਖਾਲੀ ਨਹੀਂ ਰਹਿੰਦਾ। ਤੀਆਂ ਝੋਲੀਆਂ ਭਰਦੀਆਂ ਨੇ ਗੁਰੂ ਨਾਨਕ ਦੇ ਘਰੋਂ। ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਇੱਕ ਤਿਲ ਦੀ ਘਾਲਣਾ ਕੀਤੀ ਗੁਰੂ ਨਾਨਕ ਦੇ ਘਰ, ਅਜਾਈ ਨਹੀਂ ਜਾਂਦੀ, ਥਾਂ ਪੈਂਦੀ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅੰਨ ਰਸ ਚੂਕੈ ਖਾਸ ਰਸ ਮਨ ਵਸਾਏ। ਜੋ ਹੋਰ ਰਸਾਂ ਨੂੰ ਤਿਆਗ ਦਿੱਤਾ, ਛੱਡ ਦਿੱਤਾ, ਨਾਮ ਦੇ ਰਸ ਵਿੱਚ ਜੁੜਿਆ, ਫਿਰ ਬਖਸ਼ੀਸ਼ਾਂ ਹੀ ਬਖਸ਼ੀਸ਼ਾਂ। ਪਰ ਜਦੋਂ ਜਪੇਗਾ ਨਾਮ ਨੂੰ, ਉਹ ਰਸ ਆਪੇ ਛੱਡ ਜਾਂਦੇ ਨੇ। ਫਿਰ ਰੰਗ ਲੱਗਦਾ ਹੈ, ਕਿਉਂਕਿ ਗੁਰੂ ਸਮਰੱਥ ਦੀ ਬਖਸ਼ੀਸ਼ ਹੀ ਐਸੀ ਹੈ। ਸਤ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਓ। ਸਤ ਸੰਤੋਖ ਆਤਮ ਸੁਖ ਉਪਦੇਸ਼ ਕਰਕੇ ਪ੍ਰਾਪਤ ਹੁੰਦੇ। ਸੋ ਬਾਣੀ ਪੂਰੇ ਗੁਰੂ ਤੋਂ ਪਾਈ ਜਾਂਦੀ ਹੈ। ਗੁਰੂ ਵੀ ਪੂਰਾ ਹੋਵੇ, ਅਧੂਰਾ ਨਾ ਹੋਵੇ, ਕੱਚਾ ਨਾ ਹੋਵੇ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕੇ ਆ। ਓਏ ਜਵੰਦੇ ਵਿਛੜਿਓ, ਬੋਇਆ ਨਾ ਜਾਹੀ ਛੋੜ। ਉਹ ਬੋਇਆ ਦੀ ਵੀ ਬਾਂਹ, ਕਿਉਂਕਿ ਪੂਰਾ ਹੈ, ਅਧੂਰਾ ਨਹੀਂ, ਕੱਚਾ ਨਹੀਂ। ਦਿਲ ਹੋ ਮੁਹੱਬਤ ਜਿਨ ਸੇ ਸੱਚਿਆ, ਜਿਨ੍ਹਾਂ ਨੇ ਦਿਲੋਂ ਰੱਦਿਆ। ਜਿਨ ਮਨ ਖੋਰ ਮੁਖ ਹੋਰ, ਸੇ ਕਾਂਡੇ ਕੱਚਿਆਂ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ, ਮੁੱਖੋਂ ਕੁਝ ਹੋਰ ਕਹਿ ਰਹੇ, ਉਹ ਕੱਚੇ ਨੇ। ਬਾਬਾ ਜੀ ਅੱਗੇ ਬੇਨਤੀ ਕੀਤੀ, ਸਤ ਸੰਗੀਆਂ ਨੇ ਮਹਾਂਪੁਰਸ਼ੋ, ਅਸੀਂ ਅਲਪਗ ਜੀਵ, ਸਾਨੂੰ ਕਿਵੇਂ ਪਤਾ ਲੱਗੇ, ਕਿਵੇਂ ਮਿਲੀਏ ਕਿ ਪੂਰਾ ਹੈ ਅਧੂਰਾ ਹੈ। ਬਾਬਾ ਜੀ ਨੇ ਬਖਸ਼ਿਆ ਕਰਨੀਆਂ ਭਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਦੇ ਮਾਲਕ ਸਮਰੱਥ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ 10 ਪਾਤਸ਼ਾਹੀਆਂ ਹਾਜ਼ਰਾ ਹਜ਼ੂਰ ਨੇ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਸਤਿਗੁਰੂ ਤੁਹਾਨੂੰ ਮਿਲਣਾ ਹੈ, ਮਿਲੇ ਹੋਏ ਦੀ ਸੰਗਤ ਬਖਸ਼ੋ, ਆਪਣੇ ਆਪ ਵਿਧੀ ਬਣ ਜਾਵੇ, ਕਿਉਂਕਿ ਉਹ ਮਾਲਕ ਮਿਲਾਵੇਗਾ, ਕਿਉਂਕਿ ਉਸਦੇ ਮਲਾਇਆ ਹੀ ਮਿਲੀਦਾ ਆਪਣੇ ਆਪ।
ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਖਾਦ ਕਿਰਪਾ ਤੇ ਸੰਤ ਭੇਟਿਆ, ਕਿਉਂਕਿ ਕਿਰਪਾ ਪਰਮੇਸ਼ਰ ਦੀ, ਹਰੀ ਦੀ ਹੋਈ, ਤੇ ਰੱਬ ਦਾ ਪਿਆਰਾ ਮਿਲਿਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਅਗਿਆਨ ਦਾ ਨਾਸ, ਗਿਆਨ ਦਾ ਪ੍ਰਕਾਸ਼ ਹੋ ਗਿਆ। ਪਾਤਸ਼ਾਹ ਫਰਮਾਉਂਦੇ ਨੇ, ਸਤ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤ ਸੰਤੋਖ ਆਤਮ ਸੁਖ ਉਪਦੇਸ਼ ਕਰਕੇ ਹੀ ਮਿਲਦੇ ਨੇ, ਔਰ ਬਾਣੀ ਗੁਰੂ ਪੂਰੇ ਤੋਂ ਪਾਈ ਜਾਂਦੀ ਹੈ, ਅਧੂਰੇ ਤੋਂ ਨਹੀਂ। ਸਤ ਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਤੇਰੇ ਓਏ ਕਿੱਥੋਂ ਪਾਏ ਨ ਮੋਖ ਦੁਆਰਾ। ਸਤ ਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਤੇਰੇ ਓਏ ਕਿੱਥੋਂ ਪਾਏ ਨ ਮੋਖ ਦੁਆਰਾ। ਜੋ ਸਤਿਗੁਰੂ ਨੂੰ ਜਪਦੇ ਨਹੀਂ, ਸੇਵਦੇ ਨਹੀਂ, ਸੋ ਮਨ ਤਨ ਕਰਕੇ ਭਾਈ ਉਹ ਮੂਰਖ ਨੇ। ਫਿਰ ਗਿਆਨ ਨੇਤਰਾਂ ਤੋਂ ਹੀਣੇ ਨੇ, ਅਗਿਆਨ ਅਵਿਦਿਆ ਵਿੱਚ ਰਚੇ ਹੋਏ ਨੇ। ਫਿਰ ਉਹ ਕਿੱਥੋਂ ਮੋਖ ਦੁਆਰਾ ਪਾਵਣਗੇ, ਕਿਵੇਂ ਮੁਕਤ ਹੋਵਣਗੇ? ਭਾਵ ਕਿ ਇਹਨਾਂ ਨੂੰ ਫਿਰ ਮੋਖ ਦੀ ਪ੍ਰਾਪਤੀ ਕਿਵੇਂ ਹੋਵੇਗੀ? ਨਹੀਂ ਹੋਵੇਗੀ। ਮਾਰੋ ਮਾਰ ਜੰਮੇ ਫਿਰ ਫਿਰ ਆਵ, ਜਮਦਰ ਝੂਟਾਂ ਖਾਵਣਿਆ। ਵਾਰੰਵਾਰ ਜਨਮਦੇ ਤੇ ਮਰਦੇ ਨੇ, ਜਨਮਾਂ ਵਿੱਚ ਆਵਣਗੇ, ਜਮ ਦੁਆਰੇ ਵਿੱਚ ਚੋਟਾਂ ਵੀ ਖਾਵਣਗੇ, ਕਿਉਂਕਿ ਭਾਈ ਜਮਾਂ ਦੀ ਮਾਰ ਬੜੀ ਬੁਰੀ, ਬੜੀਆਂ ਸਜ਼ਾਵਾਂ ਨੇ, ਵੱਡੇ ਦੁੱਖ ਨੇ। ਸਤਪੁਰਸ਼ ਮਹਾਤਮਾ ਇਹ ਸੋਝੀ ਦਿੰਦੇ ਨੇ ਕਿ ਭਾਈ ਪਿਆਰਿਓ, ਜੁਗ ਕਲ ਯੁਗ ਦਾ ਹੈ। ਜਿਹੋ ਜਿਹਾ ਬੀਜ ਬੀਜਾਂਗੇ ਉਹ ਵੱਢਣਾ ਪਵੇਗਾ। ਵਿਚਾਰੀ ਬਣੋ, ਸਤ ਸੰਗੀ ਬਣੋ, ਜਿੱਥੋਂ ਤੁਹਾਨੂੰ ਸੋਝੀ ਮਿਲੇ, ਜਿੱਥੇ ਪਾਪ ਤੇ ਪੁੰਨ ਦਾ ਵਿਚਾਰ ਕਿ ਕਿਵੇਂ ਵਿਚਰਨਾ ਜਗਤ ਸੰਸਾਰ ਵਿੱਚ, ਇਸ ਜਨਮ ਦਾ ਲਾਹਾ ਕਿਵੇਂ ਲੈਣਾ, ਕਿਉਂਕਿ ਲੇਖਾ ਦੇਣਾ ਪੈਂਦਾ। ਮਤ ਕੋਈ ਕਹੇ ਕੋਈ ਨਰਕ ਸਵਰਗ ਨਹੀਂ, ਇਸ ਜਗਤ ਵਿੱਚ ਵੀ ਨਰਕ ਹੈ। ਉਹ ਪਰਮੇਸ਼ਰ ਨੇ ਵਿਧਾਨ ਮਰਿਆਦਾ ਬੰਦੀ ਹੈ। 18 ਪ੍ਰਕਾਰਾਂ ਦੇ ਨਰਕਾਂ ਦਾ ਜ਼ਿਕਰ ਹੈ ਸ਼ਾਸਤਰਾਂ, ਉੱਪਰ ਵੀ ਨਰਕ ਨਹੀਂ। ਜੋ ਜਗਤ ਵਿੱਚ ਨਰਕ ਕਿ ਮਨੁੱਖ ਸੁਚੇਤ ਹੋ ਜਾਵੇ ਕਿ ਅੰਮ ਕੇ ਮਨੁੱਖ ਨਾਲ ਇਹ ਵਰਤਾਰੇ ਵਰਤੇ, ਇੰਜ ਮੌਤ ਹੋਈ ਬੜਾ ਦੁੱਖ ਪਾਇਆ, ਨਰਕ ਭੋਗਿਆ ਜੋ ਸੁਤੇ ਕਹਿ ਦਿੰਦੇ। ਤੇ ਆਪਾਂ ਵੀ ਉਸ ਮਾਰਗ ਤੇ ਚੱਲ ਸਕਦੇ, ਆਪਣੇ ਨਾਲ ਵੀ ਉੰਝ ਹੋ ਸਕਦੇ, ਕਿਉਂਕਿ ਉਸ ਦਾਤੇ ਦਾ ਨਿਯਮ ਮਰਿਆਦਾ ਹੈ। ਉਹ ਕਰਮ ਫਲ ਪ੍ਰਦਾਤਾ ਹੈ। ਭਾਵੇਂ ਕੋਈ ਰਾਜਾ, ਭਾਵੇਂ ਕੋਈ ਮੰਗਤਾ ਹੈ, ਉਸਦੀ ਨਜ਼ਰ ਸਭਨਾ ਤੇ ਹੈ, ਕੋਈ ਲੁਕਿਆ ਛੁਪਿਆ ਉਸ ਤੋਂ ਨਹੀਂ ਹੈ। ਉਹ ਵੱਡਾ ਮਾਲਕ ਹੈ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲਿਆ। ਜਿੱਦਾਂ ਸੱਚੋ ਸੱਚ ਦੇ ਨਿਬੇੜੇ ਨੇ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਗਰੀਬ ਕੰਗਾਲ ਹੈ, ਲੇਖਾ ਸਭਨਾ ਦਾ ਹੋਣਾ ਹੈ। ਸਭਨਾ ਨੂੰ ਪੁੱਛਿਆ ਜਾਵੇਗਾ, ਕੀ ਖਟਿਆ ਤੈਨੂੰ ਅਮੋਲਕ ਜਨਮ ਦਿੱਤਾ ਸੀ, ਕੀ ਖਟ ਕੇ ਲਿਆਇਆ। ਸਤਿਗੁਰੂ ਫਰਮਾਉਂਦੇ ਨੇ, ਅੱਗੇ ਸਾਹੋ ਸੁਜਾਨ ਹੈ, ਬੜਾ ਚਤਰ ਸਿਆਣਾ। ਬੁੱਧੀਮਾਨ ਹੋ ਪਰਮੇਸ਼ਰ, ਤੂੰ ਮਤ ਚਤਰ ਸਮਝ ਆਪਣੇ ਆਪ ਨੂੰ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਕਿ ਕੀ ਖਟ ਕੇ ਲਿਆਇਆ ਹੈ, ਪੁੱਛੇਗਾ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ।
ਹਰ ਜਸ ਵਖਰ ਲੈ ਚੱਲੋ, ਸਹੁ ਦੇਖੈ ਪਤੀ ਆਏ। ਵਖਰ ਕਾਹਦਾ? ਨਾਮ ਦਾ ਸੌਦਾ ਲੈ ਕੇ ਜਾ, ਕਿਉਂਕਿ ਪਦਾਰਥ ਧਨ ਮਹਲ ਤੇਰੇ ਨਾਲ ਕੁਝ ਨਹੀਂ ਜਾਣਾ। ਇਹ ਤਨ ਵੀ ਨਹੀਂ ਜਾਣਾ ਜਿਸ ਦਾ ਤੈਨੂੰ ਮਾਣ ਹੰਕਾਰ ਬਲਵਾਨ ਅਖਾਂ, ਵੱਡਾ ਅਖਾਂ, ਵੱਡਾ ਧੜਾ ਅਖਾਂ, ਕੁਝ ਤੇਰੇ ਨਾਲ ਨਹੀਂ ਜਾਣਾ। ਲੇਖਾ ਦੇਣਾ ਪਵੇਗਾ। ਕੀ ਜਵਾਬ ਦੇਵੇਂਗਾ? ਤੂੰ ਬਣਜਾਰਾ ਸੀ। ਪਾਤਸ਼ਾਹ ਦੇ ਬਚਨ ਨੇ, ਬਣ ਕਰੋ ਬਣਜਾਰਿਓ ਵਖਰ ਲਿਓ ਸਵਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਪਹਿਲੀ ਪੰਕਤੀ ਵਿੱਚ ਇਹ ਬਚਨ ਕਹਿੰਦੇ ਨੇ ਪਾਤਸ਼ਾਹ, ਉਸ ਵਸਤੂ ਨੂੰ ਸੰਭਾਲ ਜੋ ਨਾਲ ਨਿਭਣੀ ਵਿਚਾਰੀ ਬਣ, ਕਿਉਂਕਿ ਜਮਾਂ ਦੀ ਮਾਰ ਬੜੀ ਬੁਰੀ ਹੈ। ਮਰ ਮਰ ਜੰਮੈ ਫਿਰ ਆਪ, ਜਮਦਰ ਚੋਟਾਂ ਖਾ ਬਣਿਆ, ਜਮਾਂ ਦੀਆਂ ਚੋਟਾਂ ਮਾਰਾਂ। ਨੇ ਭਗਤ ਜੀ ਨੇ ਬਚਨ ਕਹੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਮਤ ਕੈ ਸਹਾਰ ਲਵਾਂਗਾ, ਕਿਉਂਕਿ ਕਈ ਮੂਰਖ ਮਨਮੁਖ ਕਹਿ ਦਿੰਦੇ ਨੇ, ਪਰ ਭਗਤ ਜੀ ਕਹਿੰਦੇ ਨੇ ਇਹ ਤੋਂ ਸਹਾਰਿਆ ਨਹੀਂ ਜਾਣਾ। ਮਤ ਦਾਵੇ ਮਨ ਝੂਠੇ, ਉੱਥੇ ਫਿਰ ਕੋਈ ਕੂਕ ਪੁਕਾਰ ਵੀ ਨਹੀਂ ਸੁਣਦਾ। ਸ਼ਬਦ ਹੈ ਸਾਧ ਜਾਣ ਹੈ ਤਾਂ ਆਪ ਪਛਾਣ, ਨਿਰਮਲ ਬਾਣੀ ਸ਼ਬਦ ਵਖਾਣ। ਜੋ ਗੁਰੂ ਉਪਦੇਸ਼ ਦਾ ਰਸ ਜਾਣ ਲਵੇ ਤੋ ਆਪਣੇ ਸਰੂਪ ਨੂੰ ਪਹਿਚਾਣ ਲੈਂਦਾ ਹੈ। ਮੈਂ ਕੀ ਹਾਂ, ਕਿੱਥੋਂ ਆਇਆ, ਜਾਣਾ ਕਿੱਥੇ? ਕਦੇ ਵਿਚਾਰਿਆ ਆਪਾਂ ਕਿ ਜਾਵਾਂਗੇ ਕਿੱਥੇ, ਆਏ ਕਿੱਥੋਂ ਹਾਂ? ਆਉਣ ਦਾ ਲਕਸ਼ ਪ੍ਰਯੋਜਨ ਕੀ ਹੈ? ਕੇਵਲ ਸੰਬੰਧੀ ਪਰਿਵਾਰ ਨੂੰ ਪਾਲਣਾ ਨਹੀਂ, ਜਗਤ ਵਿੱਚ ਰਹਿਣਾ ਨਹੀਂ, ਇਸ ਜਨਮ ਦਾ ਲਾਹਾ ਲੈਣ ਆਏ। ਇੱਕ ਵਾਰੀ ਦਿੱਤੀ ਹੈ ਪਰਮੇਸ਼ਰ ਨੇ, ਦੁਬਾਰਾ ਨਹੀਂ ਮਿਲਣੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖ ਦਾ ਲਕਸ਼ ਪ੍ਰਯੋਜਨ ਇੱਕ ਮਿਲਣਾ ਹੀ ਹੈ ਪ੍ਰਭੂ ਨੂੰ, ਕੋਈ ਦੂਜਾ ਨਹੀਂ। ਇਹ ਵਾਦੀ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਹੈ ਸਾਧ ਜਾਣ ਹੀ ਤਾਂ ਆਪ ਪਛਾਣ ਹੀ, ਨਿਰਮਲ ਬਾਣੀ ਸ਼ਬਦ ਵਖਾਣ। ਗੁਰੂ ਦੇ ਉਪਦੇਸ਼ ਜੋ ਨਿਰਮਲ ਬਾਣੀ ਹੈ, ਇਸ ਨੂੰ ਕਥਨ ਕਰ, ਗੁਰ ਉਪਦੇਸ਼ੀ ਗੁਰਮਤੀ ਆਪਣ। ਸੱਚੇ ਸੇਵ ਸਦਾ ਸੁਖ ਪਾਏ, ਨੌ ਨਿਦ ਨਾਮ ਮਨ ਵਸਾਵਣਿਆ। ਜੋ ਸੱਚੇ ਨੂੰ ਜਪਦੇ ਨੇ ਸਦੀ ਵੀ ਸੁਖ ਪਾਉਂਦੇ ਨੇ, ਨੌ ਨਿਦ ਰੂਪ ਨਾਮ ਮਨ ਵਿੱਚ ਵਸਾ ਲੈਂਦੇ ਨੇ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ। ਸੋ ਸਰੀਰ ਸੁਭਾਏਮਾਨ ਹੋਇਆ, ਸਫਲ ਹੋ ਗਿਆ। ਕਿਹੜਾ ਸਰੀਰ ਸਫਲ ਹੋਇਆ? ਜੋ ਮੇਰੇ ਵਾਹਿਗੁਰੂ ਦੇ ਮਨ ਵਿੱਚ ਭਾ ਗਿਆ। ਕੌਣ ਪਾਉਂਦਾ ਹੈ? ਕੌਣ ਪਰਮੇਸ਼ਰ ਨੂੰ ਚੰਗਾ ਲੱਗਦਾ? ਗੁਰੂ ਨਾਨਕ। ਉਹ ਸਰੀਰ ਕਿਹੜਾ ਹੈ? ਪਾਤਸ਼ਾਹ ਫਰਮਾਉਂਦੇ ਨੇ, ਸਤ ਸੰਗਤ ਬਹਿ ਹਰ ਗੁਣ ਗਾਇਆ। ਜੋ ਗੁਰੂ ਨਾਨਕ ਨੇ ਬਖਸ਼ੀ ਸੰਗਤ ਵਿੱਚ ਬਹਿੰਦਾ ਹੈ, ਸਮੇਂ ਤੋਂ ਸਮਾਂ ਕੱਢਦਾ ਹੈ ਕਿ ਸੰਗਤ ਕਰਨੀ ਹੈ, ਕਿਉਂਕਿ ਵੱਡਾ ਫਲ ਹੈ ਸਤ ਸੰਗੀ ਜਨੋ ਸੰਗਤ ਦਾ। ਜੋ ਜਾਵੋਗੇ ਦਰਗਾਹ ਵਿੱਚ ਪਤਾ ਲੱਗੇਗਾ, ਫਿਰ ਪਛਤਾਵਾਂਗੇ ਕਿ ਇੰਨਾ ਫਲ। ਬੜਾ ਸਮਾਂ ਵੀ ਸੀ ਪਰ ਸੰਗਤ ਨਾ ਕੀਤੀ, ਲਾਹਾ ਨਾ ਲਿਆ। ਕਿਉਂਕਿ ਜਿਸਨੇ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਨੂੰ ਸਰਵਣ ਕੀਤਾ, ਗੁਣ ਗਾਏ, ਉਹਨਾਂ ਤੇ ਗੁਰੂ ਨਾਨਕ ਦੀ ਪ੍ਰਸੰਨਤਾ ਉਹ ਭਾ ਗਏ। ਜੋ ਪਰਮੇਸ਼ਰ ਨੂੰ ਭਾ ਗਏ ਤੇ ਜਮਾਂ ਦੇ ਵਸ ਵਿੱਚ ਨਹੀਂ ਪੈਂਦੇ। ਆਨੰਦ ਹਰ ਸਾ ਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ। ਜੋ ਰਾਤ ਦਿਨ ਮੇਰੇ ਵਾਹਿਗੁਰੂ ਨੂੰ ਸਲਾਉਂਦੇ ਨੇ, ਗੁਣ ਗਾਉਂਦੇ ਨੇ ਗੁਰੂ ਨਾਨਕ ਦੇ, ਨਿਰਮਲ ਨਾਦ ਗੁਰੂ ਉਪਦੇਸ਼ ਨੂੰ ਵਜਾਉਂਦੇ ਨੇ, ਭਾਵ ਜਪਦੇ ਨੇ, ਜਪਾਉਂਦੇ ਨੇ,
ਮਨ ਮੁਖ ਖੋਟੀ ਰਾਸ ਖੋਟਾ ਬਾਸਾਰਾ, ਕੂੜ ਕਮਾਵਨ ਦੁਖ ਲਾਗੈ ਭਾਰਾ। ਮਨ ਮੁਖਾਂ ਦੀ ਸ਼ਰਧਾ ਰੂਪੀ ਪੂੰਜੀ ਖੋਟੀ ਹੁੰਦੀ ਹੈ। ਕਦੇ ਵਿਚਾਰਿਆ ਕਰੋ ਕਿ ਇਸ ਮਨੁੱਖ ਦੇ ਕਰਤੱਵ ਕੈਸੇ ਨੇ, ਕੈਸਾ ਵਿਹਾਰ ਹੈ, ਸੋ ਤੇ ਪਤਾ ਲੱਗੇਗਾ ਇਹ ਤਾਂ ਮਨਮੁਖ ਹੈ, ਇਸ ਨੂੰ ਰੰਗ ਨਹੀਂ ਲੱਗਿਆ। ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਖੋਟੀ ਰਾਸ ਖੋਟਾ ਬਾਸਾਰਾ। ਮਨਮੁਖਾਂ ਦੀ ਸ਼ਰਧਾ ਰੂਪੀ ਪੂੰਜੀ ਵੀ ਖੋਟੀ ਹੁੰਦੀ ਹੈ। ਸ਼ਰਧਾ ਕੇ ਜੋ ਕਰਮਾਂ ਦਾ ਬੜਾ ਅਡੰਬਰ ਰਚਦੇ ਨੇ ਕਿ ਸਾਡੀ ਬੜੀ ਸ਼ਰਧਾ ਬੜੇ ਕਰਮ, ਸੋ ਵੀ ਖੋਟਾ ਹੈ। ਕਿਉਂਕਿ ਕੂੜ ਬੋਲਦੇ ਨੇ, ਝੂਠ ਵਿੱਚ ਵਰਤਾਰਾ ਹੈ, ਮੰਦ ਕਰਮਾਂ ਵਿੱਚ ਵਿਚਰਦੇ ਨੇ, ਵਿਕਾਰਾਂ ਵਿੱਚ, ਵਿਸ਼ਿਆਂ ਵਿੱਚ। ਫਿਰ ਭਾਰੀ ਦੁੱਖ ਕਿਹੜਾ ਮਿਲਦਾ ਹੈ? ਨਰਕ ਦਾ ਦੁੱਖ। ਭਰਮੇ ਭੂਲੇ ਫਿਰਨ ਦਿਨ ਰਾਤੀ, ਬਾਦ ਜਨਮ ਹੈ ਜਨਮ ਗਵਾਵਣਿਆ। ਦਿਨ ਰਾਤ ਭਰਮ ਵਿੱਚ ਭੁੱਲੇ ਫਿਰਦੇ ਨੇ, ਅਮੋਲਕ ਜਨਮ ਨੂੰ ਗਵਾ ਲਿਆ ਤੇ ਜੰਮਣ ਮਰਨ ਵਿੱਚ ਪੈ ਜਾਂਦੇ। ਸੱਚਾ ਸਾਹਿਬ ਮੈਂ ਆਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ। ਜੋ ਸੱਚਾ ਮੇਰਾ ਸਾਹਿਬ, ਮੈਨੂੰ ਅਤੀ ਪਿਆਰਾ ਹੈ ਮੇਰਾ ਗੁਰੂ ਨਾਨਕ, ਔਰ ਪੂਰੇ ਗੁਰੂ ਦੇ ਉਪਦੇਸ਼ ਕਰਕੇ ਇਸ ਦਾ ਆਸਰਾ ਲਿਆ, ਟੇਕ ਲਈ ਕਿ ਮੇਰਾ ਗੁਰੂ ਸਮਰੱਥ ਰੱਖੇਗਾ। ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਓ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਾਵਨ ਬਚਨ ਕਹਿੰਦੇ ਨੇ, ਪਿਆਰਿਓ ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਨਾਮੀ ਵਾਹਿਗੁਰੂ ਜਿਨ੍ਹਾਂ ਨੂੰ ਭਾਈ ਵਡਿਆਈ ਮਿਲਦੀ ਹੈ, ਬਖਸ਼ੀਸ਼ਾਂ ਮਿਲਦੀਆਂ ਨੇ ਗੁਰੂ ਨਾਨਕ ਦੇ ਘਰੋਂ, ਉਹ ਦੁੱਖ ਤੇ ਸੁੱਖ ਨੂੰ ਸਮ ਕਰਕੇ ਸਹਾਰਦੇ ਨੇ। ਕਰਮਾਂ ਦਾ ਫਲ ਜਾਣ ਕੇ ਹਰਕ ਸੋਗ ਤੋਂ ਰਹਿਤ ਹੋ ਜਾਂਦੇ ਨੇ, ਆਨੰਦ ਤੇ ਖੇੜੇ ਵਿੱਚ, ਰਜਾ ਵਿੱਚ ਪ੍ਰਸੰਨ ਰਹਿੰਦੇ ਨੇ। ਉਹਨਾਂ ਤੇ ਗੁਰੂ ਨਾਨਕ ਦੀਆਂ ਬਖਸ਼ੀਸ਼ਾਂ ਹੁੰਦੀਆਂ ਨੇ, ਉਹਨਾਂ ਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਕੇ ਅਚੁੱਤ